ਸੋ ਸ਼ੁਰੂਆਤ ਕਰਾਂਗੇ ਖਬਰਾਂ ਦੀ। ਸਭ ਤੋਂ ਪਹਿਲਾਂ ਕੈਨੇਡਾ ਤੋਂ। ਕੈਨੇਡਾ ਦੇ ਵਿੱਚ ਸਿੱਖ ਆਗੂ ਰਿਪੂ ਦਮਨ ਸਿੰਘ ਮਲਿਕ ਦਾ ਕਤਲ ਕਰ ਦਿੱਤਾ ਗਿਆ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ। ਸਰੀ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਨੇ। ਦਫ਼ਤਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਦੱਸੀ ਕਿ ਫਾਇਰਿੰਗ ਕੀਤੀ ਗਈ ਹੈ। ਕੈਨੇਡਾ ਪੁਲਿਸ ਨੇ ਟਾਰਗੇਟ ਕਿਲਿੰਗ ਦਾ ਸ਼ੁਰੂਆਤ ਦੇ ਵਿੱਚ ਸ਼ੱਕ ਜ਼ਾਹਿਰ ਕੀਤਾ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੇ ਨੇੜੇ ਹੀ ਇੱਕ ਸ਼ੱਕੀ ਵਾਹਨ ਨੂੰ ਕੁਝ ਹੀ ਪਲਾਂ ਦੇ ਬਾਅਦ ਅੱਗ ਲਗਾ ਦਿੱਤੀ ਗਈ। ਪੁਲਿਸ ਘਟਨਾ ਦੇ ਵਿੱਚ ਵਰਤੇ ਗਏ ਇੱਕ ਹੋਰ ਵਾਹਨ ਅਤੇ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। 에ਅਰ ਇੰਡੀਆ ਬਲਾਸਟ ਕੇਸ ਦੇ ਵਿੱਚ ਜ਼ਿਕਰਯੋਗ ਹੈ ਕਿ ਇਹਨਾਂ ਦਾ ਨਾਂ ਆਇਆ ਸੀ ਔਰ 2005 ਦੇ ਵਿੱਚ ਕੋਰਟ ਨੇ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਸੀ। ਕੈਨੇਡਾ ਦੇ ਵਿੱਚ ਦੱਸੀ ਕਿ ਸਕੂਲ ਚਲਾਉਂਦੇ ਸਨ ਮਲਿਕ ਔਰ ਇਸ ਵੇਲੇ ਦੀ ਵੱਡੀ ਖਬਰ ਹੈ ਕੈਨੇਡਾ ਦੇ ਵਿੱਚ ਸਿੱਖ ਆਗੂ ਦਾ ਕਤਲ ਕੀਤਾ ਗਿਆ ਹੈ। ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਜੇਕਰ ਮੌਕੇ ਤੇ ਮੌਜੂਦ ਲੋਕਾਂ ਦੀ ਗੱਲ ਕਰੀਏ ਤਾਂ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਵੀ ਸਾਹਮਣੇ ਆ ਰਿਹਾ ਕਿ ਤਿੰਨ ਗੋਲੀਆਂ ਬੈਕ ਟੂ ਬੈਕ ਚੱਲੀਆਂ ਨੇ ਔਰ ਇਹ ਖਾਸ ਤੌਰ ਤੇ ਵੀ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਗਰਦਨ ਦੇ ਵਿੱਚ ਰਿਪੂ ਦਮਨ ਹੋਰਾਂ ਦੇ ਇੱਕ ਗੋਲੀ ਲੱਗੀ ਹੈ। ਹਾਲਾਂਕਿ ਉਸ ਤੋਂ ਬਾਅਦ ਹੁਣ ਸਾਫ਼ ਹੋਏਗਾ ਕਿ ਅੱਗੇ ਕਿ ਆਖਰਕਾਰ ਇਹ ਕਿਸ ਤਰ੍ਹਾਂ ਦੇ ਨਾਲ ਇਹ ਸਾਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਰ ਮੁੱਢਲੀ ਜੋ ਜਾਂਚ ਦੇ ਵਿੱਚ ਜਾਂ ਕਹਿ ਲਈਏ ਮੁੱਢਲੀ ਜਾਣਕਾਰੀ ਦੇ ਵਿੱਚ ਜੋ ਸਾਹਮਣੇ ਆ ਰਿਹਾ ਹੈ ਕੈਨੇਡਾ ਦੇ ਵਿੱਚ ਸਿੱਖ ਆਗੂ ਰਿਪੂ ਦਮਨ ਸਿੰਘ ਮਲਿਕ ਦਾ ਕਤਲ ਕਰ ਦਿੱਤਾ ਗਿਆ। ਸਰੀ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਨੇ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਦਫ਼ਤਰ ਦੇ ਬਾਹਰ ਹੀ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ। ਕੈਨੇਡਾ ਪੁਲਿਸ ਨੇ ਟਾਰਗੇਟ ਕਿਲਿੰਗ ਦਾ ਸ਼ੱਕ ਜ਼ਾਹਿਰ ਕੀਤਾ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੇ ਨੇੜੇ ਹੀ ਇੱਕ ਸ਼ੱਕੀ ਵਾਹਨ ਨੂੰ ਕੁਝ ਹੀ ਪਲਾਂ ਦੇ ਬਾਅਦ ਅੱਗ ਲਗਾ ਦਿੱਤੀ ਗਈ। ਸ਼ੱਕੀ ਵਾਹਨ ਜ਼ਾਹਿਰ ਕੀਤਾ ਜਾ ਰਿਹਾ। ਸ਼ੱਕ ਦੀ ਸੂਈ ਉੱਥੇ ਖੜਦੀ ਹੈ। ਹੋ ਸਕਦਾ ਉਸ ਦੇ ਵਿੱਚ ਕੁਝ ਅਜਿਹੇ ਲੋਕ ਹੋਣ ਜਿਨ੍ਹਾਂ ਦਾ ਇਸ ਕਤਲ ਦੇ ਵਿੱਚ ਕੋਈ ਇਨਵੋਲਵਮੈਂਟ ਹੋਵੇ। ਹਾਲਾਂਕਿ ਇਸ ਸਭ ਦਾ ਜਾਂਚ ਦਾ ਇਹ ਸਾਰਾ ਵਿਸ਼ਾ ਪਰ ਕਿਤੇ ਨਾ ਕਿਤੇ ਜੋ ਜਾਣਕਾਰੀ ਮੁੱਢਲੀ ਸਾਹਮਣੇ ਆ ਰਹੀ ਹੈ ਔਰ ਤਸਵੀਰਾਂ ਵੀ ਉੱਥੋਂ ਮੌਕੇ ਤੋਂ ਕੁਝ ਸਾਹਮਣੇ ਆਈਆਂ ਨੇ ਔਰ ਦਫ਼ਤਰ ਦੇ ਬਾਹਰ ਹੀ ਇਹ ਗੋਲੀਆਂ ਮਾਰੀਆਂ ਗਈਆਂ ਨੇ। ਜੋ ਜਾਣਕਾਰੀ ਹੈ ਦਫ਼ਤਰ ਦੇ ਬਾਹਰ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਕਹਿ ਸਕਦੇ ਆ ਕਿ ਇਹ ਟਾਰਗੇਟ ਕਿਲਿੰਗ ਜਿਸ ਤਰ੍ਹਾਂ ਦੇ ਨਾਲ ਪੁਲਿਸ ਵੀ ਕਹਿ ਰਹੀ ਹੈ ਪੂਰੀ ਗਿਣੀ ਮਿੱਥੀ ਸਾਜ਼ਿਸ਼ ਹੋਵੇ। ਇਹ ਸਾਰੀ ਜਾਣਕਾਰੀ ਉਹਨਾਂ ਹਮਲਾਵਰਾਂ ਤੱਕ ਹੋਵੇ ਕਿ ਆਖਰਕਾਰ ਕਦੋਂ ਇੱਥੇ ਪਹੁੰਚਦੇ ਨੇ ਰਿਪੂ ਦਮਨ। बड़ी दुखद खबर है कि रिपू दमन सिंह मलिक वैनकूवर वाले कैनेडा वाले उन्होंने थोड़ी देर पहले उन्होंने ऑफिस के बाहर सैर कर रहे सन तो कोई गड्डी च आके गोलियां मार के उतों फरार हो गए ने। मैं समझदा कि मलिक साहब की जो सेवावां ने जो उन्होंने एजुकेशन लिए कीता जो उन्होंने पंजाबीयत लिए कीता जो उन्होंने कौम लिए कीता जे सिक्खी दे वास्ते काम करन वालियां नूं इसे तरीका ही असी उन्हां ते हमले करने ने। मैं अज नहीं कह सकता कि हमले दे पिछे कौन ने पर जिहड़े भी लोग ने बहुत माड़ा कीता है। मैं समझदा कि कौम दा वो हीरा सीगे। कौम लई उन्होंने बहुत कुछ किया और उन्होंने अज भी तड़प सीगी। मैं उन्होंने जान दे उत्ते श्रद्धा दे फुल पेट करदा अरदास करदा गुरु साहब अगे कि उन्होंने अपने चरणों च निवास बख्शण। सरदार रिपू दमन सिंह और उनके चराने का पता लगा मन नूं बड़ी तकलीफ हुई है। मैनूं एक गल दी समझ नहीं आई कि पंथ दोखियां वालों ये जिहड़ा कारा किया गया इसके पिछे की वजह सी कोई समझ नहीं आ रही सी। मैनू तो एक बहुत किसी नाल वैर विरोध रखने वाला शख्सियत नहीं सी लगती। किसी ने कोई गल कही है सत बचन कह के मन लिया। ये जी शख्सियत का जाना कौम के लिए बहुत बड़ा नुकसान होया। सो ज्यादा जानकारी के लिए शैलेंद्र वांगू ने साडे नाल फोन लाइन ते दिल्ली तो। शैलेंद्र क्या कुछ जानकारी इस घटना को लेकर? रिपू दमन सिंह मलिक जो कि कनाडा में रहते थे वैंकूवर में और बिजनेस कर रहे थे, इन पर कल जानलेवा हमला हुआ जिसमें उनकी जान चली गई। अभी तक जो फैक्ट सामने आ रहे हैं कि वो सुबह 9:30 बजे के हिसाब से घर से निकले थे जब उन पर करीब से गोली चलाई गई और वो गर्दन में उनकी गोली लगी जिसके बाद मौके पर उनकी जान चली गई। कोशिश की गई उनको बचाने की लेकिन पुलिसकर्मियों द्वारा लेकिन तब तक उनकी जान जा चुकी थी। हालांकि इस पे अब जांच शुरू हो गई है। जो वहां की स्थानीय पुलिस है उसने जांच शुरू कर दी है इस पूरे मामले को लेकर और एक जलती हुई कार भी मौके से वहां पे पाई गई है। अभी इसके पीछे मकसद क्या रहा है, किसने ये किया है, इसको लेकर क्लैरिटी नहीं है कि ये पॉलिटिकल राइवलरी थी या बिजनेस राइवलरी थी, इसको लेकर अभी तक कोई क्लैरिटी नहीं है। फिलहाल अभी जांच इस पूरे मामले को लेकर जारी है। लेकिन आपको याद दिला दें कि 1995 के
85 के, माफ कीजिए, 1985 के जो एयर इंडिया बॉम्ब था, बॉम्ब लोगों का जो मामला था, उसमें उनका नाम सामने आया था पहले रिपु दमन का, लेकिन बाद में 2005 में उनको एक्विट यानी कि उनको बरी कर दिया गया था, उनको निर्दोष पाया गया था और कई सालों तक वो ब्लैकलिस्ट में थे भारत की, जिसके चलते वो भारत नहीं आ पाए थे। लेकिन पिछले कुछ साल पहले मोदी सरकार के रहते ही जो ब्लैकलिस्ट है उसमें जितने भी सिख लोगों का नाम था, समुदाय के लोगों का नाम था, उनको हटा दिया गया था। जिसके बाद उन्होंने कई बार भारत भी चक्कर लगाया था, भारत वो कई बार आ चुके, कई स्टेट्स में वो जा चुके हैं और हमने ये भी देखा कि पिछले कुछ दिन पहले उन्होंने प्रधानमंत्री मोदी को चिट्ठी लिखकर तारीफ की थी जो उन्होंने कदम उठाए हैं सिख समुदाय के लिए दुनिया भर में। तो ऐसे में ये एक शॉकिंग किलिंग है। हालांकि इसको लेकर अभी तक विदेश मंत्रालय की तरफ से कोई स्टेटमेंट सामने नहीं आया है कि इस हत्या के पीछे कि क्या भारत ने इसको लेके कनाडा सरकार से कोई बात की है या नहीं। इसका एक ऑफिशियल स्टेटमेंट अब तक सामने नहीं आया, लेकिन जाहिर तौर पर जिस तरह की किलिंग है उससे अभी तक ये साफ नहीं हो पाया है कि आखिर इस किलिंग के पीछे मकसद क्या था और वो लोग कौन थे जो रिपु दमन सिंह को मारना चाहते थे। जी ठीक है, ਫਿਲਹਾਲ ਸ਼ੁਕਰੀਆ ਬਹੁਤ ਬਹੁਤ तमाम जानकारी ਦੇ ਲਈ। ਸੋ ਫਿਲਹਾਲ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ, ਸਰੀ ਦੇ ਵਿੱਚ ਕਤਲ ਕੀਤਾ ਗਿਆ, ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਇਹ ਘਟਨਾ ਦੱਸਦੀ ਹੈ ਕਿ ਸਰੀ ਸ਼ਹਿਰ ਦੇ ਵਿੱਚ 128 और 82 ਦਾ ਇੰਟਰਸੈਕਸ਼ਨ ਹੈ ਜਿੱਥੇ ਹੋਈ ਹੈ। ਹਥਿਆਰੇ ਇੱਕ ਕਾਰ ਦੇ ਵਿੱਚ ਆਉਂਦੇ ਨੇ ਜੋ ਹੁਣ ਤੱਕ ਦੀ ਜਾਣਕਾਰੀ ਹੈ ਔਰ ਕਾਰ ਨੂੰ ਕੁਝ ਦੂਰੀ ਤੇ ਖੜੇ ਕਰਕੇ ਫਿਰ ਬਾਈਕ ਤੇ ਸਵਾਰ ਹੋ ਕੇ ਉੱਥੋਂ ਆਉਂਦੇ ਨੇ ਔਰ ਜਿਹੜਾ ਕਤਲ ਹੈ ਉਸ ਨੂੰ ਵਾਰਦਾਤ ਨੂੰ ਅੰਜਾਮ ਦੇ ਕੇ ਉਸ ਤੋਂ ਬਾਅਦ ਕਾਰ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਇਸ ਤਰ੍ਹਾਂ ਦੀ ਸ਼ੰਕਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਉਹ ਸ਼ੱਕੀ ਕਾਰ ਹੈ ਜਿਹੜੀ ਥੋੜੀ ਦੂਰੀ ਤੋਂ ਬਰਾਮਦ ਹੋਈ ਹੈ ਤਾਂ ਕਿਤੇ ਨਾ ਕਿਤੇ ਸ਼ੱਕ ਜ਼ਾਹਿਰ ਹੈ ਕਿ ਇਹ ਉਹ ਹਥਿਆਰਾਂ ਦੀ ਹੀ ਜਿਹੜੀ ਕਾਰ ਹੈ ਜਿਸ ਨੂੰ ਬਾਅਦ ਦੇ ਵਿੱਚ ਅੱਗ ਲਗਾ ਦਿੱਤੀ ਗਈ ਔਰ ਸਬੂਤ ਮਿਟਾਉਣ ਦੇ ਲਈ ਅੱਗ ਜਿਹੜੀ ਹੈ ਉਸ ਨੂੰ ਲਗਾਈ ਗਈ ਹੈ। ਤਾਂ ਫਿਲਹਾਲ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜਿੱਥੇ ਸਿੱਖ ਆਗੂ ਦਾ ਕਤਲ ਕਰ ਦਿੱਤਾ ਗਿਆ, ਰਿਪੂ ਦਮਨ ਮਲਿਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਸੋ ਰਿਪੂ ਦਮਨ ਸਿੰਘ ਦੇ ਬੇਟੇ ਦੀ ਫੇਸਬੁੱਕ ਪੇਜ ਪੋਸਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਔਰ ਇਸ ਫੇਸਬੁੱਕ ਪੋਸਟ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਮੇਰੇ ਪਿਤਾ ਰਿਪੂ ਦਮਨ ਸਿੰਘ ਮਲਿਕ ਨੇ ਆਪਣਾ ਜੀਵਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜਿਨ੍ਹਾਂ ਵਿੱਚ ਪਿਆਰ, ਇਮਾਨਦਾਰੀ ਅਤੇ ਸਰਬੱਤ ਦਾ ਭਲਾ ਸ਼ਾਮਿਲ ਨੇ ਦੇ ਪ੍ਰਸਾਰ ਨੂੰ ਸਮਰਪਿਤ ਕੀਤਾ ਹੈ। ਉਹ ਸਾਲ 1972 ਵਿੱਚ ਕੈਨੇਡਾ ਆਏ ਸਨ। ਉਹਨਾਂ ਨੇ ਸਾਲ 1986 ਦੇ ਵਿੱਚ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਦੀ ਸਥਾਪਨਾ ਕੀਤੀ। ਖਾਲਸਾ ਸਕੂਲ ਹੁਣ ਕੈਨੇਡਾ ਦੇ ਸਭ ਤੋਂ ਵੱਡੇ ਗੈਰ ਸਰਕਾਰੀ ਸਕੂਲ ਨੇ। ਸੋ ਅੱਗੇ ਵੀ ਪੋਸਟ ਜਿਹੜੀ ਆ ਉਹ ਜ਼ਰੂਰ ਪੜ੍ਹਦੇ ਆ ਕਿ ਆਖਰਕਾਰ ਕੀ ਕੁਝ ਲਿਖਿਆ ਗਿਆ। ਪਰ ਮਨਜੀਤ ਸਿੰਘ ਜੀਕੇ ਹੋਰੀ ਸਾਡੇ ਨਾਲ ਫੋਨ ਲਾਈਨ ਤੇ ਨੇ ਜੋ ਸਾਬਕਾ ਪ੍ਰਧਾਨ ਨੇ ਡੀਐਸਜੀ ਪੀਸੀ ਦੇ। ਜੀਕੇ ਸਾਹਿਬ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਜੋ ਇਹ ਖਬਰ ਸਾਹਮਣੇ ਆਈ ਹੈ ਕੈਨੇਡਾ ਤੋਂ? ਮੈਂ ਸਮਝਦਾ ਕਿ ਬਹੁਤ ਮੰਦਭਾਗੀ ਹੈ। ਮੈਂ ਹੁਣੇ ਵੀ ਲੇਟੈਸਟ ਉਹ ਲਈ ਹੈ, ਉੱਥੇ ਹਾਲੇ ਤੱਕ ਅਸਰਟਨ ਨਹੀਂ ਹੋ ਸਕਿਆ ਕਿ ਮਾਰਨ ਵਾਲੇ ਪਿੱਛੇ ਕੌਣ ਨੇ। पर मैं समझदा कि ऐसा शख्स जिसने सारी उम्र कौम वास्ते ला दी, जिसने जेलां भी भुगतियां, जिसने केस जिहड़ा उस ते पिया सीगा कनिष्का क्रैश दा एरोप्लेन दा, ਉਹਦੇ ਚੋਂ ਵੀ ਬਾਹਰ ਨਿਕਲੇ, ਸੁਰਖਰੂ ਹੋ ਕੇ ਨਿਕਲੇ। ਔਰ ਸਭ ਤੋਂ ਵੱਡੀ ਗੱਲ ਜੋ ਉੱਥੇ ਉਹਨਾਂ ਨੇ ਐਜੂਕੇਸ਼ਨ ਲਈ ਕੀਤਾ ਹੈ, ਕਿਉਂਕਿ ਜਿਹੜਾ ਉਹਨਾਂ ਨੇ ਸੀਨੀਅਰ ਸਕੂਲ ਖੋਲਿਆ ਸੀ ਉਹਦੇ ਉਦਘਾਟਨ ਲਈ ਮੈਂ ਵੀ ਗਿਆ ਸੀਗਾ ਜੀ। ਔਰ 4 ਸਕੂਲ ਬਣਾਏ। ਔਰ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਜਿਹੜੇ ਸਿੱਖੀ ਦੇ ਕੰਮ ਸੀ, ਗੁਰਮੁਖੀ ਦੇ ਕੰਮ ਸੀ ਔਰ ਸਭ ਤੋਂ ਵੱਡੀ ਉਹਨਾਂ ਦੀ ਇੱਕ ਸੋਚ ਸੀ ਜਿਹੜੀ ਨਹੀਂ ਪੂਰੀ ਹੋ ਸਕੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਹਿੰਦੁਸਤਾਨ 'ਚੋਂ ਲਿਜਾਣਾ ਬੇਅਦਬੀ ਹੁੰਦੀ ਹੈ ਰਸਤੇ ਦੇ ਵਿੱਚ। ਇਹਦੀ ਪ੍ਰਿੰਟਿੰਗ ਬਾਹਰ ਹੋਣੀ ਚਾਹੀਦੀ ਹੈ। ਬੜੀ ਦਫਾ SGPC ਅਕਾਲ ਤਖਤ ਸਾਹਿਬ ਨਾਲ ਉਹਨਾਂ ਨੇ ਮੀਟਿੰਗਾਂ ਲਈਆਂ ਲੇਕਿਨ ਇਹ ਫੈਸਲਾ ਨਹੀਂ ਲੈ ਸਕੇ। ਪਰ ਉਹਨਾਂ ਦੇ ਮਨ 'ਚ ਤੜਪ ਸੀਗੀ ਕਿ ਜਿਹੜੇ ਬਾਹਰ ਇੰਨਾ ਵੱਡਾ ਸਾਡਾ ਡਾਇਸਪੋਰਾ ਰਹਿੰਦਾ ਹੈ, ਉੱਥੇ ਸਿੱਖ ਰਹਿੰਦੇ ਨੇ, ਉਹ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਵੇਲੇਬਿਲਿਟੀ ਬਾਹਰਲੇ ਮੁਲਕਾਂ 'ਚ ਹੋਣੀ ਚਾਹੀਦੀ। ਇਹਦੇ ਵਾਸਤੇ ਉਹ ਹਮੇਸ਼ਾ ਜਦੋਜਹਿਦ ਕਰਦੇ ਰਹੇ। ਔਰ ਜਿਹੜੇ ਲੋਕਾਂ ਨੇ ਇਹ ਕੀਤਾ ਹੈ ਕਾਰਾ, ਮੈਂ ਸਮਝਦਾ ਕਿ ਇਸ ਤੋਂ ਅਨਫੋਰਚੂਨੇਟ ਨਹੀਂ ਹੋ ਸਕਦਾ ਕਿ ਜਿਸ ਬੰਦੇ ਨੇ ਕੌਮ ਲਈ ਇੰਨਾ ਕੀਤਾ ਹੋਵੇ ਔਰ ਫਿਰ ਜਿਵੇਂ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਖਾਲਸਾ ਕ੍ਰੈਡਿਟ ਯੂਨੀਅਨ ਦੀ, ਕਿ ਉੱਥੇ ਇੱਕ ਪ੍ਰਾਈਵੇਟ ਬੈਂਕ ਖੜਾ ਕਰ ਦੇਣਾ ਔਰ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਸੀਗੀ ਉਹ ਅਨਪੈਰਲਲ ਸੀਗੀ, ਮੈਂ ਕਹਾਂਗਾ। ਔਰ ਬੜਾ ਮੰਦਭਾਗਾ ਹੋਇਆ ਜੋ ਹੋਇਆ ਜੀ। ਤੁਸੀਂ ਦੱਸ ਰਹੇ ਹੋ ਜੀ ਕਿ ਸਭ ਕੀ ਬੜੇ ਕਰੀਬ ਤੋਂ ਜਾਣਦੇ ਸੀ ਔਰ ਉੱਥੇ ਪਹੁੰਚੇ ਵੀ ਸੀ, ਕੁਝ ਖਾਸ ਸਾਂਝਾ ਕਰਨਾ ਚਾਹੋ ਕਿਉਂਕਿ ਦਰਸ਼ਕ ਸੁਣ ਰਹੇ ਨੇ ਔਰ ਜਿਵੇਂ ਇਹ ਘਟਨਾ ਦੀ ਖਬਰ ਆਉਂਦੀ ਹੈ ਤਾਂ ਹਰ ਪਾਸੇ ਇਸ ਵੇਲੇ ਕਹਿ ਸਕਦੇ ਆ ਕਿ ਸੋਗ ਦੀ ਲਹਿਰ ਹੈ ਔਰ ਚਿੰਤਾ ਦਾ ਵਿਸ਼ਾ ਵੀ ਹੈ ਕਿਉਂਕਿ ਇਸ ਤਰ੍ਹਾਂ ਦੇ ਨਾਲ ਇਹ ਟਾਰਗੇਟ ਕਿਲਿੰਗ ਹੋਣਾ ਜੋ ਹੁਣ ਤੱਕ ਪੁਲਿਸ ਦੱਸ ਰਹੀ ਹੈ। ਮੈਂ ਸਮਝਦਾ ਕਿ ਇਹ ਜਿਹੜੇ ਲੋਕੀ ਹੈ, ਕਿਉਂਕਿ ਮੇਰੇ ਤੇ ਵੀ 4 ਵਾਰੀ
ਬਾਹਰ ਹਮਲੇ ਹੋਏ ਨੇ, ਜਿਹੜੇ ਲੋਕੀ ਇਹ ਸਮਝਦੇ ਆ ਕਿ ਮਾਈ ਵੇ ਹਾਈਵੇ, ਇਹ ਸਿੱਖ ਅਸੂਲਾਂ ਦੇ ਖਿਲਾਫ ਆ, ਇਹ ਗੁਰੂ ਦੇ ਦੱਸੇ ਹੋਏ ਰਾਹ ਦੇ ਖਿਲਾਫ ਹੈ। ਔਰ ਮੈਨੂੰ ਲੱਗਦਾ ਕਿ ਜੇ ਇਦਾਂ ਦੇ ਉੱਥੇ ਵਾਰਦਾਤਾਂ ਹੋਣਗੀਆਂ ਤੇ ਕੌਣ ਪਰਵਾਹ ਕਰੇਗਾ ਇਸ ਮੁਲਕ ਦੀ ਵੀ, ਜਿਸ ਮੁਲਕ 'ਚ ਅਸੀਂ ਜੰਮੇ ਆ? ਕੌਣ ਪਰਵਾਹ ਕਰੇਗਾ ਸਿੱਖੀ ਪ੍ਰਚਾਰ ਦੀ, ਪੰਜਾਬੀ ਪ੍ਰਚਾਰ ਦੀ? ਮੈਂ ਸਮਝਦਾ ਕਿ ਜਿਨ੍ਹਾਂ ਨੇ ਕੀਤਾ ਇਹ ਜ਼ਰੂਰ ਦੇ ਸ਼ੁੱਡ ਬੀ ਬ੍ਰੌਟ ਟੂ ਲਾਅ, ਦੇ ਸ਼ੁੱਡ ਬੀ ਬੁੱਕਡ, ਔਰ ਇਹ ਪਤਾ ਲੱਗਣਾ ਚਾਹੀਦਾ ਕਿ ਇਹਦੇ ਪਿੱਛੇ ਜੜ ਕੀ ਹੈ ਜੀ। ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹਦੇ ਪਿੱਛੇ 200% ISI ਦੇ ਲਿੰਕਸ ਨਿਕਲਣਗੇ। ਇਹ ਮੈਂ ਕੋਈ ਅੱਜ ਕਿਸੇ ਤੱਥਾਂ ਨਾਲ ਨਹੀਂ ਕਹਿ ਰਿਹਾ, ਪਰ ਮੇਰੀ ਇਹ ਪੇਸ਼ਨ ਗੋਈ ਹੈ ਕਿ ਇਹਦੇ 'ਚ ISI ਦੇ ਲਿੰਕ ਜ਼ਰੂਰ ਨਿਕਲਣਗੇ ਜੀ। ਸੋ ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਸਫ਼ਰ ਰਿਹਾ, ਹਾਲਾਂਕਿ ਬਹੁਤ ਸਾਰੇ ਵਿਵਾਦ ਵੀ ਜੁੜਦੇ ਰਹੇ ਨੇ। ਜੇਕਰ ਇਹਨਾਂ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਵੱਡੇ ਕੰਮ ਵੀ ਕੀਤੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਪਰ ਆਖਿਰਕਾਰ ਹਾਲਾਂਕਿ ਤੁਸੀਂ ਸ਼ੱਕ ਦੱਸ ਰਹੇ ਹੋ ਕਿ ਕਿਸ ਤੇ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇਸ ਮੌਕੇ ਤੇ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ, ਕਿਉਂਕਿ ਅਜੇ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਤਾਂ ਨਜ਼ਰ ਆਉਂਦਾ ਹੈ ਜੋ ਹਾਲਾਤ ਨੇ, ਪਰ ਦੂਸਰੇ ਪਾਸੇ ਕੈਨੇਡਾ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਅਸੀਂ ਕਿਸ ਤਰ੍ਹਾਂ ਦੇ ਨਾਲ ਵੇਖ ਪਾ ਰਹੇ ਹਾਂ? ਮੈਂ ਸਮਝਦਾ ਕਿ ਅੱਜ ਕੈਨੇਡੀਅਨ ਗਵਰਨਮੈਂਟ ਵਾਸਤੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਅਗਰ ਉੱਥੇ ਵੀ ਇਦਾਂ ਦੀ ਗੈਂਗ ਵਾਰ ਹੋਵੇ ਜਾਂ ਉਹ ਗੈਂਗ ਕਿਸੇ ਬਾਹਰਲੇ ਮੁਲਕ ਤੋਂ ਉਹਨਾਂ ਦੀ ਏਜੰਸੀਆਂ ਤੋਂ ਫੰਡਿੰਗ ਹੋਣ, ਮੈਂ ਸਮਝਦਾ ਕਿ ਕੈਨੇਡਾ ਵਾਸਤੇ ਬੜੀ ਸੀਰੀਅਸ ਗੱਲ ਹੈਗੀ ਹੈ। ਔਰ ਖਾਲੀ ਉਹਨਾਂ ਵਾਸਤੇ ਨਹੀਂ ਹੈ, ਜਿਹੜੇ ਪੰਜਾਬੀ ਉੱਥੇ ਜਾ ਰਹੇ ਨੇ ਇਹ ਉਹਨਾਂ ਦੇ ਵਾਸਤੇ ਵੀ ਮੈਂ ਸਮਝਦਾ ਕਿਤੇ ਨਾ ਕਿਤੇ ਨੁਕਸਾਨ ਕਰ ਸਕਦੀ, ਉੱਥੋਂ ਦੀ ਸਰਕਾਰ ਸਖਤੀ ਕਰ ਸਕਦੀ ਹੈ। ਜੀ ਠੀਕ ਹੈ ਜੀ ਕੇ ਸਾਹਿਬ, ਸ਼ੁਕਰੀਆ, ਧੰਨਵਾਦ ਹੈ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ। ਸੋ ਰਿਪੂ ਦਮਨ ਮਲਿਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹਰ ਇੱਕ ਦੇ ਵਿੱਚ ਕਹਿ ਸਕਦੇ ਇਸ ਵੇਲੇ ਸੋਗ ਦੀ ਲਹਿਰ ਹੈ, ਚਿੰਤਾ ਦਾ ਵਿਸ਼ਾ। ਮਨਜੀਤ ਸਿੰਘ ਜੀ ਕੇ ਹੋਰੀ ਸਾਡੇ ਨਾਲ ਫੋਨ ਲਾਈਨ ਤੇ ਸੀਗੇ, ਸਾਬਕਾ ਪ੍ਰਧਾਨ ਨੇ DSG PC ਦੇ, ਔਰ ਉਹਨਾਂ ਦਾ ਸ਼ੱਕ ਹੈ, ਉਹਨਾਂ ਦਾ ਇਹ ਕਹਿਣਾ ਹੈ, ਹਾਲਾਂਕਿ ਉਹਨਾਂ ਦਾ ਆਪਣਾ ਪੱਖ ਹੈ, ਪਰ ਉਹਨਾਂ ਨੇ ਸਿੱਧੇ ਤੌਰ ਤੇ ਜ਼ਾਹਿਰ ਵੀ ਕੀਤਾ ਕਿ ਕਿਸ ਦੀ ਇਹ ਮਨਸ਼ਾ ਹੋ ਸਕਦੀ ਹੈ। ਇੱਕ ਟਾਰਗੇਟ ਕਿਲਿੰਗ ਪੁਲਿਸ ਇਸ ਨੂੰ ਸ਼ੁਰੂਆਤੀ ਦੱਸ ਰਹੀ ਹੈ, ਔਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਪਲਾਨਡ ਮਰਡਰ ਹੀ ਨਜ਼ਰ ਆਉਂਦਾ ਹੈ। ਕਤਲ ਦੀ ਵਾਰਦਾਤ ਨੂੰ ਜੋ ਅੰਜਾਮ ਦਿੱਤਾ ਗਿਆ, ਗੋਲੀਆਂ ਮਾਰੀਆਂ ਗਈਆਂ ਨੇ, ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਨੇ, ਔਰ ਖਾਸ ਤੌਰ ਤੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਕ ਗੱਡੀ ਜਿਹੜੀ ਦੂਰ ਮਿਲੀ ਹੈ, ਹੋ ਸਕਦਾ ਹੈ ਕਿ ਉਹ ਵੀ ਕਾਤਲਾਂ ਦੀ ਹੋਵੇ, ਔਰ ਉਹਦੇ ਵਿੱਚ ਹੀ ਜਿਹੜਾ ਉਹ ਇੱਥੇ ਪਹੁੰਚੇ ਹੋਣ, ਔਰ ਹਥਿਆਰਿਆਂ ਦੇ ਵੱਲੋਂ ਜਿਹੜਾ ਅੰਜਾਮ ਦੇ ਕੇ ਉਹ ਬਾਅਦ ਦੇ ਵਿੱਚ ਉਸ ਗੱਡੀ ਨੂੰ ਉੱਥੇ ਛੱਡ ਕੇ ਜਾਂ ਫਿਰ ਉਸ ਨੂੰ ਸਬੂਤਾਂ ਨੂੰ ਮਿਟਾ ਕੇ ਉੱਥੋਂ ਫਰਾਰ ਹੋ ਗਏ ਨੇ। ਇਹ ਵੀ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆ ਰਿਹਾ। ਹਾਲਾਂਕਿ ਪੁਲਿਸ ਦੇ ਵੱਲੋਂ ਅੱਗੇ ਤਫਤੀਸ਼ ਕੀਤੀ ਜਾਏਗੀ, ਸਾਰਾ ਮਸਲਾ ਸਾਹਮਣੇ ਆਏਗਾ, ਪਰ ਕਿਤੇ ਨਾ ਕਿਤੇ ਇਹ ਵੱਡੀ ਘਟਨਾ ਜਿਹੜੀ ਹੈ ਉਹ ਸਰੀ ਦੇ ਵਿੱਚ ਵਾਪਰੀ ਹੈ। ਦਿਨ ਦਿਹਾੜੇ ਜੋ ਕਤਲ ਕੀਤਾ ਗਿਆ ਹੈ, ਔਰ ਉਸ ਨੂੰ ਲੈ ਕੇ ਕਹਿ ਸਕਦੇ ਆ ਕਿ ਕਾਫੀ ਇਸ ਵੇਲੇ ਚਿੰਤਾ ਦਾ ਵਿਸ਼ਾ ਹਰ ਪਾਸੇ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਪੂਰਾ ਟਾਰਗੇਟ ਕਿਲਿੰਗ ਹੋਈ, ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਉਸ ਤੋਂ ਬਾਅਦ ਜੋ ਹਾਲਾਤ ਹੁਣ ਤੱਕ ਬਣੇ ਹੋਏ ਨੇ, ਤਾਂ ਉੱਥੇ ਹੀ ਹੁਣ ਕੈਨੇਡਾ ਤੋਂ ਇਹ ਖਬਰ ਸਾਹਮਣੇ ਆਉਂਦੀ ਹੈ